BTV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬੀ ਸਪੈਸ਼ਲ ਪ੍ਰੋਗਰਾਮ ਅੱਜ ਹੋਰ ਜ਼ਿਆਦਾ ਸਪੈਸ਼ਲ ਹੋ ਗਿਆ ਕਿਉਂਕਿ ਸਾਡੇ ਡੋਰ ਨੌਕਿੰਗ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੈਲਗਰੀ ਫੈਲਕਨਰੀ ਚੋਂ ਸਿਟਿੰਗ MLA ਜਿਹੜੇ ਕਿ ਦਵਿੰਦਰ ਤੂਰ ਸਾਹਿਬ ਨੇ। ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਡਿਸਕਸ ਕਰਾਂਗੇ ਹੀ ਔਰ ਡੋਰ ਨੌਕਿੰਗ ਤੇ ਜੋ ਸਵਾਲ ਹੁੰਦੇ ਨੇ ਜੋ ਗੱਲਬਾਤ ਹੁੰਦੀ ਹੈ ਲੋਕਾਂ ਦੇ ਕੀ ਸਵਾਲ ਨੇ ਸਾਰਾ ਕੁਝ ਜਾਣਾਂਗੇ ਔਰ ਪਿਛਲੇ ਪੂਰੇ 4 ਸਾਲਾਂ ਦਾ ਇੱਕ ਰਿਪੋਰਟ ਕਾਰਡ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਔਰ ਅਸੀਂ ਉਹਨਾਂ ਕੋਲ ਪਹੁੰਚ ਚੁੱਕੇ ਹਾਂ। ਭਾਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੱਥੇ ਸੱਦਿਆ ਆਪਣੀ ਰਾਈਡਿੰਗ ਦੇ ਵਿੱਚ। ਥੈਂਕ ਯੂ ਵੈਰੀ ਮੱਚ BTV ਦੇ ਦਰਸ਼ਕਾਂ ਨੂੰ ਤੇ ਸਾਰੀ ਟੀਮ ਨੂੰ ਤੁਹਾਡਾ ਧੰਨਵਾਦ ਤੇ ਤੁਸੀਂ ਸਾਡੇ ਨਾਲ ਡੋਰ ਨੌਕਿੰਗ ਤੇ ਆ ਕੇ ਦਰਸ਼ਕਾਂ ਨਾਲ ਬਹੁਤ ਵਧੀਆ ਇਨਫੋਰਮੇਸ਼ਨ ਸਾਂਝੀ ਕਰੋਗੇ ਜੀ। ਥੈਂਕ ਯੂ ਭਾਜੀ। ਔਰ ਪਿਛਲੇ 4 ਸਾਲ ਕਿਸੇ ਨੂੰ ਪੁੱਛੋ ਕਹਿੰਦੇ ਪਤਾ ਹੀ ਨਹੀਂ ਲੱਗਿਆ। ਜੇ ਮੈਂ ਤੁਹਾਨੂੰ ਪੁੱਛਾਂ ਕਿੰਨਾ ਕੁ ਪਤਾ ਲੱਗਿਆ ਭਾਜੀ? ਪਤਾ ਇਹ ਤਾਂ ਨਹੀਂ ਵੀ ਪਤਾ ਨਹੀਂ ਲੱਗਿਆ ਪਰ ਸਮਾਂ ਕਿਵੇਂ ਨਿਕਲ ਗਿਆ ਉਹ ਬਹੁਤ ਛੇਤੀ ਨਿਕਲ ਰਿਹਾ। ਅਤੇ ਉਹ ਗੱਲਾਂ ਕਰਦੇ ਸੀ ਕਿਉਂਕਿ ਜਦੋਂ 2019 ਦੇ ਵਿੱਚ ਅਸੀਂ ਸਰਕਾਰ ਬਣਾਈ ਸੀ ਅਤੇ ਸਰਕਾਰ ਨੈਚੁਰਲੀ ਉਹਦੇ ਵਿੱਚ ਸਾਡੀ ਪਾਰਟੀ ਦੇ ਪਲੈਟਫਾਰਮ ਮੇਰੇ ਖੁਦ ਦੇ ਜਿਹੜੀਆਂ ਇੱਛਾਵਾਂ ਹੁੰਦੀਆਂ ਕਮਿਊਨਿਟੀ ਦੇ ਲਈ ਉਹ ਸਾਰਾ ਕੁਛ ਸੀ। 2 ਸਾਲ ਬਾਅਦ ਉਹ ਜਿਹੜਾ ਕੋਵਿਡ ਦਾ ਜਿਹੜਾ ਇੱਕ ਹੈਲਥ ਕ੍ਰਾਈਸਿਸ ਆਇਆ ਸੀ ਉਸ ਨੂੰ ਟੈਕਲ ਕਰਦੇ ਹੋਏ ਫਿਰ ਉਸ ਤੋਂ ਬਾਅਦ ਜਿੰਨੇ ਇਰਾਦੇ ਹੁੰਦੇ ਨੇ ਕਮਿਊਨਿਟੀ ਸਰਵਿਸਿਜ਼ ਦੇ ਲਈ ਉਹ ਜਦੋਂ ਜਿੰਨੇ ਤੁਸੀਂ ਬਿਜ਼ੀ ਰਹਿੰਦੇ ਹੋ ਉਨਾ ਹੀ ਟਾਈਮ ਛੇਤੀ ਲੰਘ ਜਾਂਦਾ। ਸੋ ਯੂ ਆਰ ਰਾਈਟ ਕਿ ਪਤਾ ਹੀ ਨਹੀਂ ਲੱਗਿਆ ਕਿ ਟਾਈਮ ਕਦੋਂ ਨਿਕਲ ਗਿਆ। ਰਾਈਟ। ਅੱਛਾ ਭਾਜੀ, ਜੇ ਇੱਕ ਤਰ੍ਹਾਂ ਦਾ ਅਸੀਂ ਇੱਕ ਰਿਪੋਰਟ ਕਾਰਡ ਲਈਏ ਇਸ ਰਾਈਡਿੰਗ ਦਾ ਕੀ ਕੁਝ ਹੋਇਆ, ਕਿਹੜੇ ਮੁੱਦੇ ਤੁਹਾਡੇ ਸਾਹਮਣੇ ਆਏ, ਕਿਹੜੇ ਨਵੇਂ ਮੁੱਦੇ ਤੁਹਾਡੇ ਸਾਹਮਣੇ ਆਏ ਕਿਉਂਕਿ ਕੋਵਿਡ ਦਾ ਸਮਾਂ ਵੀ ਰਿਹਾ ਜੀ, ਬਹੁਤ ਨਵੀਂ ਚੀਜ਼ਾਂ ਵੀ ਤੁਸੀਂ ਫੇਸ ਕੀਤੀਆਂ। ਹੁਣ ਜਦੋਂ ਤੁਸੀਂ ਡੋਰ ਨੌਕਿੰਗ 'ਤੇ ਜਾਂਦੇ ਹੋ ਜਾਂ ਪਿਛਲੀ ਵਾਰ ਜਦੋਂ ਤੁਸੀਂ ਡੋਰ ਨੌਕਿੰਗ 'ਤੇ ਗਏ ਸੀ ਸਵਾਲਾਂ ਦੇ ਵਿੱਚ ਕਿੰਨਾ ਕੁ ਤੁਸੀਂ ਡਿਫਰੈਂਸ ਦੇਖਦੇ ਹੋ? ਲੋਕੀ ਕੋਈ ਤੰਗ ਨੇ ਜਾਂ ਫਿਰ ਲੋਕ ਕੋਵਿਡ ਤੋਂ ਬਾਅਦ ਕੁਝ ਰਿਕਵਰ ਹੋ ਪਾ ਰਹੇ ਨੇ? ਕਿੱਦਾਂ ਦੇ ਨਵੇਂ ਮੁੱਦੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ? ਦੇਖੋ 2019 ਦੇ ਵਿੱਚ ਜਿਹੜੇ ਮੇਨ ਮੁੱਦੇ ਸੀ ਕਿਉਂਕਿ ਆਲਮੋਸਟ 1,80,000 ਅਲਬਰਟਾ ਦੇ ਵਿੱਚ ਜੋਬ ਲਾਸ ਹੋਈ ਸੀ। ਜਦੋਂ ਜੋਬ ਲਾਸ ਦੇ ਵਿੱਚ ਜਿਹੜਾ ਨਾਰਥ ਈਸਟ ਕਮਿਊਨਿਟੀ ਦਾ ਸੈਗਮੈਂਟ ਆ ਉਹ ਜਿਹੜੇ ਜੋਬ ਸੀ ਉਹਨਾਂ ਦੇ ਵਿੱਚ ਸਾਡੇ ਸਰਵਿਸ ਇੰਡਸਟਰੀ ਦੇ ਵਿੱਚ ਸਪੈਸ਼ਲੀ ਨਿਊ ਕਮਰਸ ਦੇ ਵਿੱਚ ਕਾਫੀ ਪ੍ਰਭਾਵ ਪਿਆ ਹੋਇਆ ਸੀ। ਸੋ ਇਕੋਨਮੀ ਦੇ ਵਿੱਚ ਜਿਹੜੀ ਹਾਲਤ ਸੀਗੀ ਉਹ ਬਹੁਤ ਮਾੜੀ ਸੀ। ਪੀਪਲ ਵਰੀਡ ਸੀਗੇ ਕਿਉਂਕਿ ਜਦੋਂ ਸਰਕਾਰਾਂ ਮੈਨੇਜ ਕਰਦੀਆਂ ਨੇ ਸੂਬੇ ਨੂੰ ਮੈਨੇਜ ਕਰਨ ਦੇ ਵਿੱਚ ਜਿਹੜਾ ਟੈਕਸ ਵੱਧ ਰਹੇ ਸੀ, ਕਰਜ਼ਾ ਲਿਆ ਜਾ ਰਿਹਾ ਸੀ ਅਤੇ ਜਿਹੜੇ ਅਸੀਂ ਸੁਪਨੇ ਲੈ ਕੇ ਇੱਥੇ ਆਏ ਹੁੰਦੇ ਹਾਂ ਕਿ ਸਾਡੀ ਜਨਰੇਸ਼ਨ ਦੇ ਲਈ ਵੀ ਇਹ ਸੂਬਾ ਇੰਨਾ ਵਧੀਆ ਇੱਕ ਸੋਨੇ ਦਾ ਜਿਹੜਾ ਚਿੜੀ ਕਹਿੰਦੇ ਆ ਸੋਨੇ ਦੀ ਚਿੜੀ ਉਹ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਸੀ। ਸੋ ਆਈ ਥਿੰਕ ਜਿਹੜੇ ਉਹ ਇਸ਼ੂ ਸੀ ਉਹ ਕੋਵਿਡ ਦੇ ਕਰਕੇ ਥੋੜ੍ਹਾ ਜਿਹਾ ਚਿਰ ਡੀਰੇਲ ਹੋਏ ਕਿਉਂਕਿ ਵਰਸ ਯਾਨੀ ਬੈਡ ਟੂ ਵਰਸ ਹੋ ਗਏ। ਉਸ ਤੋਂ ਬਾਅਦ ਫਿਰ ਕੋਵਿਡ ਲਈ ਚੈਲੰਜ ਹੋਇਆ ਨਾਰਥ ਈਸਟ ਕਮਿਊਨਿਟੀ ਦੇ ਲਈ। ਸਾਡੇ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਕਿਉਂਕਿ ਅਸੀਂ ਜਦੋਂ ਪਰਿਵਾਰਾਂ ਦੇ ਵਿੱਚ ਰਹਿੰਦੇ ਹਾਂ ਬਜ਼ੁਰਗ ਸਾਡੇ ਨਾਲ ਰਹਿੰਦੇ ਨੇ ਤਾਂ ਜਿਹੜਾ ਕੋਵਿਡ ਆ ਇੱਕ ਬਹੁਤ ਐਕਸਟਰਾ ਜੀ ਸਮੱਸਿਆ ਸੀਗੀ ਇਸ ਲਈ। ਪਰ ਮੈਨੂੰ ਮਾਣ ਆ ਸਾਡੀ ਕਮਿਊਨਿਟੀ ਨੇ, ਮੈਂ ਬਹੁਤ ਪ੍ਰਮੋਟ ਵੀ ਕੀਤਾ ਵੈਕਸੀਨੇਸ਼ਨ ਨੂੰ ਅਤੇ ਕੋਵਿਡ ਨਾਲ ਕਿਵੇਂ ਲੜਿਆ ਜਾਵੇ, ਚਾਹੇ ਬੋਟਲ ਡਰਾਈਵ ਕਰਕੇ ਫੂਡ ਹੈਂਪਰ ਲੋੜਵੰਦਾਂ ਨੂੰ ਪਹੁੰਚਾਉਣੇ, ਚਾਹੇ ਕਿਸੇ ਤਰੀਕੇ ਦੀਆਂ ਸੇਵਾਵਾਂ ਜਿਵੇਂ ਸੈਨੀਟਾਈਜ਼ਰ ਦੇਣੇ ਜਾਂ ਉਸ ਦੇ ਵਿੱਚ ਟਾਈਮ ਲੰਘਿਆ ਤਾਂ ਉਹ ਲੋੜਾਂ ਨੂੰ ਇੱਕ ਬੈਲੈਂਸ ਰੱਖਿਆ ਜਿਹਦੇ ਵਿੱਚ ਲੋਕਾਂ ਨੇ ਹੌਸਲਾ ਨਹੀਂ ਹੋ ਰਿਹਾ, ਜਾਨੀ ਨੁਕਸਾਨ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਜਿਹੜਾ ਸਾਡਾ ਸੁਪਨਾ ਸੀ ਕਿ ਇੱਕ ਬਜਟ ਬੈਲੈਂਸ ਕੀਤਾ ਜਾਵੇ। ਜਿਵੇਂ ਘਰ ਚਲਾਉਂਦੇ ਹਾਂ ਕਿ ਜਦੋਂ ਤੁਹਾਡਾ ਖਰਚਾ ਤੁਹਾਡੀ ਇਨਕਮ ਤੋਂ ਵੱਧ ਨਹੀਂ ਹੈਗਾ ਉਦੋਂ ਲੱਗਦਾ ਕਿ ਸਾਡਾ ਪਰਿਵਾਰ ਠੀਕ ਚੱਲ ਰਿਹਾ। ਸੋ ਸੂਬੇ ਨੇ ਜਦੋਂ ਅਸੀਂ ਬਜਟ ਬੈਲੈਂਸ ਕੀਤੇ, ਬਜਟ ਬੈਲੈਂਸ ਕਰਨ ਤੋਂ ਬਾਅਦ ਸਰਪਲਸ ਰਨ ਕੀਤਾ। ਸਰਪਲਸ ਰਨ ਕਰਦੇ ਹੋ ਤਾਂ ਜਿਹੜੀਆਂ ਕੋਵਿਡ ਤੋਂ ਬਾਅਦ ਮੈਂਟਲ ਹੈਲਥ ਐਡਿਕਸ਼ਨ ਜਾਂ ਹੋਰ ਸਮੱਸਿਆਵਾਂ ਆਈਆਂ ਨੇ ਉਹਦੇ ਲਈ ਸਰਕਾਰ ਲਈ ਹੱਥ ਹੌਲਾ ਹੋ ਜਾਂਦਾ ਕਿ ਉਹ ਸਰਵਿਸ ਨੂੰ ਅਸੀਂ ਸਪੋਰਟ ਕੀਤੀ ਜਾਵੇ। ਸੋ ਉਹਨਾਂ ਦੀ ਸਪੋਰਟ ਕੀਤੀ ਗਈ। ਉਸ ਤੋਂ ਬਾਅਦ ਇਨਫਲੇਸ਼ਨ ਦਾ ਕ੍ਰਾਈਸਿਸ ਹੁਣ ਨਵਾਂ ਆਇਆ, ਅਫੋਰਡੇਬਿਲਟੀ ਕ੍ਰਾਈਸਿਸ ਆਏ ਹੋਏ ਨੇ। ਤਾਂ ਜਦੋਂ ਅਫੋਰਡੇਬਿਲਟੀ ਅਸੀਂ ਪਲਾਨ ਲੈ ਕੇ ਉਹਦੇ ਲਈ $2.8 ਬਿਲੀਅਨ ਲੈ ਕੇ ਆਂਦਾ ਤਾਂ ਉਹਦੇ ਵਿੱਚ ਜਿਹੜੇ ਵਲਨਰੇਬਲ ਹੁੰਦੇ ਨੇ ਖਾਸ ਕਰਕੇ ਵਰਗ ਦੇ ਲੋਕ, ਖਾਸ ਕਰਕੇ ਸਾਡੇ ਸੀਨੀਅਰ ਬੱਚੇ, ਤਾਂ ਉਹਨਾਂ ਨੂੰ ਜਿਹੜੀ ਲੋੜਵੰਦੀ ਸਹਾਇਤਾ ਦਿੱਤੀ ਗਈ। ਇਨਫਲੇਸ਼ਨ ਦੇ ਵਿੱਚ ਸਾਡੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਜਿਹਦੇ ਵਿੱਚ ਅਸੀਂ ਐਨਰਜੀ ਦੀ ਗੱਲ ਕੀਤੀ ਜਾਵੇ, ਯੂਟਿਲਿਟੀਜ਼ ਦੀ ਗੱਲ ਕੀਤੀ ਜਾਵੇ, ਫਿਊਲ ਦੀ ਗੱਲ ਕੀਤੀ ਜਾਵੇ, ਕਾਰਾਂ ਦੇ ਵਿੱਚ ਫਿਊਲ ਟੈਕਸ ਦੇ ਵਿੱਚ ਅਸੀਂ 13 ਸੈਂਟ ਦੀ ਰਿਲੀਫ ਦਿੱਤੀ। ਉਸ ਤੋਂ ਬਾਅਦ ਯੂਟਿਲਿਟੀ ਦੇ ਵਿੱਚ ਅਸੀਂ ਜਿਹੜੇ $50 ਦੇ ਪਰ ਮਹੀਨੇ ਦੇ ਅਲਬਰਟਾ ਦੇ ਗੌਰਮੈਂਟ ਆਫ ਅਲਬਰਟਾ ਦੇ ਟੈਕਸ ਕ੍ਰੈਡਿਟ ਦਿੱਤੇ। ਹੋਰ ਵੀ ਪਰਸਨਲ ਇਨਕਮ ਟੈਕਸ ਨੂੰ ਇੰਡੈਕਸ ਕਰਨਾ। ਸੋ
ਕਿਤੇ ਨਾ ਕਿਤੇ ਉਸ ਦਾ ਅਸਰ ਦਿਖ ਰਿਹਾ ਕਿ ਇਨਫਲੇਸ਼ਨ ਘਟ ਰਹੀ ਆ, ਅਫੋਰਡੇਬਿਲਟੀ ਹਜੇ ਵੀ ਮਸਲਾ ਹੈਗਾ। ਪਰ ਦੂਜੇ ਪਾਸੇ ਪਿਛਲੇ 6-7 ਕੁਆਟਰਸ ਤੋਂ ਅਲਬਰਟਾ ਦੇ ਵਿੱਚ ਜਿਹੜਾ ਪਾਪੂਲੇਸ਼ਨ ਗਰੋਥ ਹੋਇਆ ਉਹ ਘੱਟੋ ਦੂਜੇ ਸੂਬਿਆਂ ਤੋਂ ਨਹੀਂ, ਸੰਸਾਰ ਦੇ ਸਾਰੇ ਵਰਗਾਂ ਤੋਂ ਅਲਬਰਟਾ ਇੱਕ ਬੈਸਟ ਪਲੇਸ ਟੂ ਲਿਵ ਇਨ ਦਾ ਵਰਲਡ ਜਾਣਿਆ ਜਾਂਦਾ। ਤੇ ਲੋਕੀ ਆ ਰਹੇ ਨੇ ਤੇ ਉਹਦੇ ਨਾਲ ਕੰਸਟਰਕਸ਼ਨ ਇੰਡਸਟਰੀ ਇਜ਼ ਬੂਮਿੰਗ। ਤੇ ਜਿਹੜੀਆਂ ਨਿਊਜ਼ ਆ ਰਹੀਆਂ ਨੇ ਤੇ ਐਨਰਜੀ ਸੈਕਟਰ ਸਾਡਾ ਚਲੋ ਪਹਿਲਾਂ ਇੱਕ ਹੁੰਦਾ ਸੀ ਵੀ ਸਿੰਗਲ ਸੋਰਸ ਇੰਡਸਟਰੀ ਸੀ, ਪਰ ਉਹ ਜਿਹੜੀ ਡਿਵਰਸੀਫਿਕੇਸ਼ਨ ਦਾ ਸੁਪਨਾ ਸੀ ਉਹ ਵੀ ਪੂਰਾ ਹੁੰਦਾ ਦੇ ਰਿਹਾ। ਐਗਰੀਕਲਚਰ ਦੇ ਵਿੱਚ ਰੈਕੋਰਡ ਇਨਵੈਸਟਮੈਂਟ, ਫਿਲਮ ਇੰਡਸਟਰੀ ਦੇ ਵਿੱਚ ਰੈਕੋਰਡ ਇਨਵੈਸਟਮੈਂਟ, ਉਸ ਤੋਂ ਬਾਅਦ ਅਸੀਂ ਆਹ ਡਿਜੀਟਲ ਮੀਡੀਆ ਦੇ ਵਿੱਚ ਵੀ ਟੈਕਸ ਕ੍ਰੈਡਿਟ ਲੈ ਕੇ ਆ ਰਹੇ ਹਾਂ, ਉਹ ਸਾਡਾ ਪਲਾਨ ਵਰਕ ਦੇ ਵਿੱਚ ਆ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਅਸੀਂ ਡਿਵਰਸੀਫਾਈ ਕਰਨ ਦਾ ਜਿਹੜਾ ਸੁਪਨਾ ਸੀ ਉਹ ਵੀ ਪੂਰਾ ਹੁੰਦਾ ਨਜ਼ਰ ਆ ਰਿਹਾ। ਭਾਜੀ ਜਿਹੜੇ ਕਈ ਮੁੱਦੇ ਇੱਦਾਂ ਦੇ ਨੇ, ਜਦੋਂ ਅਸੀਂ ਵੀ ਲੋਕਾਂ ਤੋਂ ਪੁੱਛਦੇ ਹਾਂ, ਸਾਨੂੰ ਸਵਾਲ ਪੁੱਛਦੇ ਨੇ ਕਿ UCP ਦਾ ਜਿਹੜਾ ਪਲਾਨ ਹੈ ਐਜੂਕੇਸ਼ਨ ਨੂੰ ਲੈ ਕੇ ਕੀ ਹੈ, ਕਿਉਂਕਿ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਪਿਛਲੇ 4 ਸਾਲਾਂ ਦੇ ਵਿੱਚ ਸਕੂਲਾਂ, ਤੁਹਾਨੂੰ ਪਤਾ ਹੈ ਕਿ ਕਿੰਨੇ ਕੁ ਸਕੂਲ ਬਣੇ ਨੇ ਜੀ ਸਰਕਾਰ ਦੇ ਵਿੱਚ, ਔਰ ਹੈਲਥ ਨੂੰ ਲੈ ਕੇ ਵੀ ਕਈ ਜਿਹੜੇ ਇਸ਼ੂਜ਼ ਨੇ, ਜਿਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਡਾਕਟਰ ਕੋਲ ਜੇ ਜਾਣਾ ਹੈ ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਕਿ ਜਾਂ ਨਹੀਂ ਦੇਣੇ ਪੈਣਗੇ। ਇੱਦਾਂ ਦੇ ਮੁੱਦਿਆਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ? ਦੇਖੋ, ਜਦੋਂ ਇਲੈਕਸ਼ਨ ਦਾ ਮਾਹੌਲ ਆਉਂਦਾ ਤੇ ਮੁੱਦੇ ਉਹ ਬਣ ਜਾਂਦੇ ਨੇ। ਮੇਰੇ ਲਈ ਇਹ ਡੋਰ ਨੌਕਿੰਗ ਕੋਈ ਨਵਾਂ ਨਹੀਂ ਹੈਗਾ, ਕਿਉਂਕਿ ਜਦੋਂ ਮੈਂ ਪਿਛਲੇ ਵਾਰੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਹੀ ਡੋਰ ਨੌਕਿੰਗ ਚੱਲਦੀ ਆ ਰਹੀ ਆ। ਹਾਂ, ਉਦੋਂ ਐਜ਼ ਏ ਮੈਨੂੰ ਜਾਣਨ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜੇ ਮੈਂ ਉਹ ਡੋਰ ਨੌਕ ਕਰਨ ਜਾ ਰਿਹਾ ਕਿ ਆਈ ਹੈਵ ਏ ਓਪਰਚੁਨਿਟੀ ਟੂ ਨੋ, ਮੇਰੇ ਕੋਲ ਇੱਕ ਓਪਰਚੁਨਿਟੀ ਆ ਘਰ ਵਾਲੇ ਵੀ ਇਹਨਾਂ ਦੀਆਂ ਕੀ ਬੇਸਿਕ ਪ੍ਰੋਬਲਮਸ ਨੇ। ਬੇਸਿਕ ਪ੍ਰੋਬਲਮਸ ਆ ਘਰ ਵਾਲੇ ਦੀ ਦੂਜੇ ਘਰ ਵਾਲੇ ਨੂੰ ਡਿਫਰੈਂਟ ਹੋ ਸਕਦੇ ਨੇ, ਬਟ ਐਜ਼ ਏ ਕਮਿਊਨਿਟੀ ਇਹਨਾਂ ਦੀਆਂ ਸੇਮ ਪ੍ਰੋਬਲਮ ਹੋ ਸਕਦੀਆਂ। ਉਸ ਤੋਂ ਬਾਅਦ ਸਿਟੀ ਦੀਆਂ ਸੇਮ ਹੋ ਸਕਦੀਆਂ ਤੇ ਪ੍ਰੋਵਿੰਸਿਸ ਦੀਆਂ ਹੋ ਸਕਦੀਆਂ ਨੇ। ਜੇ ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ ਆ, ਥੋੜ੍ਹਾ ਜਿਹਾ ਸਮਝਣ ਦੀ ਲੋੜ ਆ। ਐਜੂਕੇਸ਼ਨ ਦੇ ਵਿੱਚ ਅਸੀਂ ਬੈਸਟ ਕੁਆਲਿਟੀ ਐਜੂਕੇਸ਼ਨ ਦੇਣਾ ਚਾਹੁੰਦੇ ਹਾਂ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਦੇਣਾ ਚਾਹੁੰਦੇ ਆ। ਉਹਦੇ ਜਿਹੜਾ ਮੇਨ ਮੁੱਦਾ ਹੋਣਾ ਚਾਹੀਦਾ ਬੈਸਟ ਕੁਆਲਿਟੀ ਦੇ ਲਈ, ਆਈ ਥਿੰਕ ਜਿਹੜੇ ਸਟੇਕ ਹੋਲਡਰ ਨੇ ਉਹਦੇ ਵਿੱਚ ਬੱਚੇ, ਉਹਨਾਂ ਦੇ ਪੇਰੈਂਟਸ ਜਾਂ ਟੀਚਰਸ, 3 ਸਟੇਕ ਹੋਲਡਰ ਨੇ। ਜਿਹੜੀ ਐਜੂਕੇਸ਼ਨ ਆ ਉਸ ਨੂੰ ਬੱਚਿਆਂ ਨੇ ਕਿਹੜੀ ਐਜੂਕੇਸ਼ਨ ਤੇ ਪੇਰੈਂਟਸ ਨੇ ਉਹਨਾਂ ਨੂੰ ਕਿਹੜੇ ਇਨਵਾਇਰਨਮੈਂਟ ਦੇ ਵਿੱਚ ਪੜ੍ਹਾਉਣਾ, ਤੇ ਦੂਜੇ ਪਾਸੇ ਜਿਹੜੇ ਟੀਚਰ ਨੇ ਉਹਨਾਂ ਨੇ ਡਿਲੀਵਰ ਕਰਨਾ। ਸੋ ਜਿਹੜੀ ਫੰਡਿੰਗ ਦੇ ਮਾਡਲ 'ਤੇ ਗੱਲ ਕਰਦੇ ਰਹਿੰਦੇ ਨੇ, ਫੰਡਿੰਗ ਜਿਹੜੀ ਆ ਕੋਈ ਵੀ ਸਰਕਾਰ ਹੋਵੇ ਅਲਬਰਟਾ ਦੇ ਵਿੱਚ ਪਰ ਸਟੂਡੈਂਟ ਹੁੰਦੀ ਆ ਆਲਮੋਸਟ 11,000। ਜੇ ਆਪਾਂ K-12 ਦੇ ਕਿਟ ਦੀ ਗੱਲ ਕੀਤੀ ਜਾਵੇ $11,000 ਪਰ ਸਟੂਡੈਂਟ ਹੁੰਦੀ ਆ। ਸੋ ਕਲਾਸ ਆਫ 30 ਮਾਈਟ ਗੈਟ ਲਾਈਕ $3,30,000। ਸੋ ਉਹ $3,30,000 ਜਾਂ ਜਿਹੜਾ ਮੈਂ ਅਮਾਊਂਟ ਕਰ ਰਿਹਾ ਅਪਰੋਕਸੀਮੇਟ ਅਮਾਊਂਟ ਆ, ਪਰ ਡਿਪੈਂਡ ਔਨ ਦਾ ਕਲਾਸ ਸਾਈਜ਼। ਇਹ ਸਟੂਡੈਂਟ ਤੱਕ ਪਹੁੰਚਦਾ, ਇਹ ਕਿਹੜੀ ਲੇਅਰਸ ਦੇ ਵਿੱਚ ਲਾਸ ਕਰਦਾ। ਇਹ ਜਿਹੜਾ ਮੈਨੇਜਮੈਂਟ ਆ ਜੇ ਪ੍ਰੋਪਰ ਹੁੰਦੀ ਆ ਤਾਂ ਇਟ ਇਜ਼ ਐਫੀਸ਼ੀਐਂਟ, ਜੇ ਐਫੀਸ਼ੀਐਂਟ ਹੋਈ ਤਾਂ ਬੈਸਟ ਕੁਆਲਿਟੀ ਹੋ ਜੂਗੀ। ਸੋ ਉਸ ਕੁਆਲਿਟੀ ਦੇ ਲਈ ਜਦੋਂ ਮੈਂ ਆਪਦੀ ਮੇਡਨ ਸਪੀਚ ਦਿੱਤੀ ਸੀ ਉਸ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਹੁਣ ਇਹ ਗੱਲ ਹਾਸੇ ਦੀ ਨਹੀਂ ਰਹੀ। ਅਸੀਂ ਕਰਦੇ ਹੁੰਦੇ ਸੀ ਕਿ ਜਦੋਂ ਅਸੀਂ ਖਾਸ ਕਰਕੇ ਇੰਡੀਆ ਜਾਂ ਪੰਜਾਬ ਤੋਂ ਆਏ ਹਾਂ ਤਾਂ ਉੱਥੇ ਸਾਡੇ ਬੱਚੇ ਪ੍ਰਾਇਮਰੀ ਐਜੂਕੇਸ਼ਨ ਸਾਨੂੰ ਸਾਡੇ ਟੀਚਰ ਕਿਵੇਂ ਪੜ੍ਹਾਉਂਦੇ ਸੀ। ਚਲੋ ਅਸੀਂ ਉਸ ਵੇਲੇ ਨਹੀਂ ਲਾਈਕ ਕਰਦੇ ਸੀ, ਜਦੋਂ ਡੰਡੇ ਵੱਜਦੇ ਸੀ, ਮੁਰਗੇ ਬਣਦੇ ਸੀ, ਨਹੀਂ ਲਾਈਕ ਕਰਦੇ, ਪਰ ਕਿਤੇ ਨਾ ਕਿਤੇ ਉਹ ਸਿੱਖਿਆ ਜਿਹੜੀ ਦਿੱਤੀ ਸੀਗੀ ਉਹ ਅੱਜ ਸਾਡੇ ਕੰਮ ਆ ਰਹੀ ਆ। ਜਿਹੜੀਆਂ ਬੇਸਿਕ ਸਕਿੱਲਸ ਨੇ ਬੱਚਿਆਂ ਨੂੰ ਪਤਾ ਹੋਣਾ ਚਾਹੀਦੀਆਂ। ਜਦੋਂ ਸਾਡੇ ਬੱਚੇ ਵੱਡੇ ਹੋਣ ਦੇ ਨਾਲ ਸਾਨੂੰ ਪਤਾ ਲੱਗਿਆ ਜਿਹੜੀ ਬੇਸਿਕ ਸਕਿੱਲ ਖਾਸ ਕਰਕੇ ਮਲਟੀਪਲੀਕੇਸ਼ਨ, ਜੋੜ ਘਟਾਓ ਜਾਂ ਪੰਡਲਾਂ ਕਰਦੇ ਸੀ, ਇਹ ਬੱਚਿਆਂ ਦੇ ਵਿੱਚ ਨਹੀਂ। ਕੈਲਕੂਲੇਟਰ ਕਹਿੰਦੇ ਵੀ ਉਹਨੂੰ ਰਿਪਲੇਸ ਕਰ ਰਹੇ ਨੇ। ਤੁਸੀਂ ਉਹਨੂੰ ਆਪਣੇ ਬੱਚੇ ਨੂੰ ਕਹਿਣਾ ਕਿ ਮੈਨੂੰ ਉੱਥੋਂ 100 ਦਾਣੇ ਚੱਕ ਕੇ ਫੜਾ, ਜੇ ਉਹਨੂੰ ਕਾਊਂਟ ਹੀ ਨਹੀਂ ਕਰਨੇ ਆਉਂਦੇ ਤਾਂ ਕੈਲਕੂਲੇਟਰ ਕੀ ਕਰੂਗਾ ਉੱਥੇ। ਸੋ ਬੇਸਿਕ ਸਕਿੱਲ ਲੈਕ ਹੋ ਰਹੀਆਂ ਸੀ ਤੇ ਅਸੀਂ ਉਹ ਕੁਰੀਕੁਲਮ ਦੇ ਵਿੱਚ ਬੇਸਿਕ ਸਕਿੱਲ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਮੈਥ ਤੇ ਜਿਹੜੀ ਇੰਗਲਿਸ਼ ਦੇ ਵਿੱਚ ਜਿਹੜੀਆਂ ਸਕਿੱਲ ਸੀਗੀਆਂ ਥੋੜ੍ਹੀਆਂ ਜਿਹੀਆਂ ਸਾਨੂੰ ਕਮੀ ਪੇਸ਼ੀ ਲੱਗੀ ਕਿ ਪੜ੍ਹਨ ਤੇ ਲਿਖਣ ਦੇ ਵਿੱਚ ਪ੍ਰੋਬਲਮ ਆ ਤੇ ਮੈਥ ਦੀ ਸਕਿੱਲ ਆ। ਸੋਸ਼ਲ ਸਕਿੱਲ ਦੇ ਵਿੱਚ ਯੈਸ ਉਹਦੇ 'ਚ ਕਨਫਿਊਜ਼ਨ ਵੀ ਹੋ ਸਕਦਾ, ਉਹਦੇ 'ਚ ਡਿਬੇਟ ਵੀ ਹੋ ਸਕਦਾ, ਡਿਸਕਸ਼ਨ ਵੀ ਹੋ ਸਕਦੀ ਆ ਕਿ ਜਿਹੜੀਆਂ ਸੋਸ਼ਲ ਜਿਹੜੀ ਕੋਈ ਵੀ ਕਮਿਊਨਿਟੀ ਆ, ਜਿਵੇਂ ਹੋਵੇ ਕਿ ਸਾਡਾ ਕਲਚਰ ਬਾਰੇ ਜਦੋਂ ਮਲਟੀਕਲਚਰਸ ਰਹਿੰਦੇ ਹੋਵੋ ਬੱਚੇ ਨੂੰ ਕਿਹੜੇ ਗ੍ਰੇਡ ਦੇ ਵਿੱਚ ਪੜ੍ਹਾਇਆ ਜਾਵੇ, ਉਸ ਦੇ ਲਈ ਕੰਸਲਟੇਸ਼ਨ ਜ਼ਰੂਰੀ ਆ, ਕਮਿਊਨਿਟੀਜ਼ ਦੇ ਵਿੱਚ ਜਾਣ ਦੀ ਜ਼ਰੂਰੀ ਆ। ਪਰ ਮੇਰਾ ਸੋਚਣਾ ਸੀ ਕਿ ਜਿਹੜੀ ਚੋਇਸ ਆ ਇਟਸ ਓਨਲੀ ਲਿਮਿਟਡ ਟੂ ਇੱਕ ਤਾਂ ਜਿਵੇਂ ਆਪਣੇ ਕੈਲਰੀ ਦੇ ਵਿੱਚ ਕੈਲਰੀ ਬੋਰਡ ਆਫ ਐਜੂਕੇਸ਼ਨ ਜਾਂ ਕੈਥਲਿਕ ਐਜੂਕੇਸ਼ਨ, ਪਰ ਜਿਹੜੀ ਨਾਰਥ ਈਸਟ ਦੇ ਜਿੱਥੇ ਆਪਾਂ ਖੜ੍ਹੇ ਆ ਡਿਮਾਂਡ ਹੈਗੀ ਆ ਚਾਰਟਰ ਸਕੂਲ ਦੀ। ਚਾਰਟਰ ਸਕੂਲ 15 ਅਲਾਉਡ ਸੀ, ਪਰ 13 ਪਹਿਲਾਂ ਹੈਗੇ ਸੀ, ਉਹਦੇ ਵਿੱਚ ਬੱਚਿਆਂ ਦੀ ਲੌਂਗ ਵੇਟਿੰਗ ਲਿਸਟ। 2 ਜਿਹੜੇ ਸੀ ਉਹ ਪਿਛਲੇ 10-15 ਸਾਲਾਂ ਤੋਂ ਇੱਕ ਵੀ ਨਹੀਂ ਸੀ ਅਪਰੂਵ ਹੋਇਆ। ਸੋ ਜਿਹੜਾ 15 ਦਾ ਕੈਪ ਅਸੀਂ ਰਿਮੂਵ ਕਰਤਾ। ਹੁਣ ਜਿਹੜੇ ਚਾਰਟਰ ਸਕੂਲ ਨੇ ਇੰਸਟੈਡ ਆਫ ਐਪਲੀਕੇਸ਼ਨ ਗੋ ਟੂ CBE
ਜਿਹੜੀ ਕੰਪੀਟੀਟਿਵ ਅਥਾਰਟੀ ਸੀ ਗੋਜ਼ ਟੂ ਦ ਮਿਨਿਸਟਰ ਨਾਓ। ਜੇ ਉਹਦੇ 'ਚ ਇਨਫ ਨੀਡ ਹੈਗੀ ਹੈ, ਲੱਗਦਾ ਤੁਹਾਡੇ ਬੱਚੇ ਇੰਟਰਸਟਡ ਨੇ, ਤੇ ਆਰਗੇਨਾਈਜੇਸ਼ਨ, ਪੇਰੈਂਟਸ ਐਂਡ ਟੀਚਰਸ ਐਂਡ ਸਟੂਡੈਂਟਸ ਜੇ ਉਹ ਕਰਨਾ ਚਾਹੁੰਦੇ ਨੇ, ਵੀ ਆਰ ਹੈਪੀ ਵਿਦ ਦਿਸ। ਅਸੀਂ ਫੰਡਿੰਗ ਦੇਣੀ ਹੈ, ਮਨੀ ਸ਼ੁੱਡ ਫੋਲੋ ਦ ਸਟੂਡੈਂਟ। ਦੂਜੇ ਪਾਸੇ ਪ੍ਰਾਈਵੇਟ ਸਕੂਲ, ਆਪਣੇ ਖਾਲਸਾ ਸਕੂਲ, ਅਕਰਮ ਜੁਮਾ, ਇਸਲਾਮਿਕ ਸਕੂਲ ਆ, ਕਈ ਪੇਰੈਂਟਸ ਆਪਣਿਆਂ ਨੂੰ ਫਰੀडम ਜਣੀ ਰਿਲੀਜਨ ਬਾਰੇ ਪੜ੍ਹਾਉਣਾ ਚਾਹੁੰਦੇ ਨੇ, ਫਰੀडम ਆਫ ਰਿਲੀਜਨ ਨੂੰ ਅਸੀਂ ਪ੍ਰੀਚ ਵੀ ਕਰਦੇ ਹਾਂ ਵੀ ਜਣੀ ਹੋਣੀ ਚਾਹੀਦੀ ਆ, ਹਰੇਕ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੋਣਾ ਚਾਹੀਦਾ। ਸੋ ਜਿਹੜੇ ਸਾਡੇ ਇਸਲਾਮਿਕ ਸਕੂਲ ਤੇ ਖਾਲਸਾ ਸਕੂਲ ਖੋਲ੍ਹ ਰਹੇ ਨੇ, ਜਿਹੜੀ ਕਿ ਉਹਨਾਂ ਨੂੰ ਇਹ ਪ੍ਰਾਈਵੇਟ ਐਜੂਕੇਸ਼ਨ ਕਹਿੰਦੇ ਨੇ, ਜੇ ਉਹ ਧਾਰਮਿਕ ਅਦਾਰੇ ਉਹਨਾਂ ਨੂੰ ਐਜੂਕੇਸ਼ਨ ਦੇਣਾ ਚਾਹੁੰਦੇ ਨੇ ਉਹ ਪੇਰੈਂਟਸ ਤੇ ਬੱਚਿਆਂ ਲਈ, ਤਾਂ ਉਹ ਵੀ ਅਲਾਉਡ ਹੋਣੀ ਚਾਹੀਦੀ ਹੈ। ਜੇ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਘਰੇ ਪੜ੍ਹਾਉਣਾ ਚਾਹੁੰਦੇ ਨੇ, ਉਹਦੇ ਵਿੱਚ ਵੀ ਵੱਡਾ ਗਵਰਨਮੈਂਟ ਨੂੰ ਅਲਾਉ ਵੀ ਕਰਨਾ ਚਾਹੀਦਾ ਤੇ ਪ੍ਰੋਪਰਲੀ ਫੰਡ ਵੀ ਕਰਨਾ ਚਾਹੀਦਾ। ਸੋ ਅਸੀਂ ਇਸ ਨੂੰ ਚੋਇਸ ਇਨ ਐਜੂਕੇਸ਼ਨ, ਕਿ ਜਿੰਨੀ ਚੋਇਸ ਨੂੰ ਵਧਾਇਆ ਜਾਵੇ, ਉਸ ਚੋਇਸ ਨੂੰ ਵਧਾਇਆ ਜਾਵੇ। ਪਰ ਇਸ ਦੇ ਨਾਲ ਕਈ ਸਾਡੀ ਆਪੋਜੀਸ਼ਨ ਪਾਰਟੀ, ਕਿਉਂਕਿ ਉਹਨਾਂ ਦੇ ਬ੍ਰੈਡ ਐਂਡ ਬਟਰ ਉਹਨਾਂ ਦੀਆਂ ਉਹੀ ਯੂਨੀਅਨਸ ਤੋਂ ਆਉਂਦਾ, ਜਿਹੜੀਆਂ ਉਹ ਯੂਨੀਅਨਸ ਨੂੰ ਲੱਗਦਾ ਕਿਤੇ ਐਕਸਟਰਾ ਆਰਡੀਨਰੀ ਕੰਪੀਟੀਸ਼ਨ ਤਾਂ ਨਹੀਂ ਕ੍ਰੀਏਟ ਹੋ ਰਿਹਾ। ਸੋ ਬੇਸਿਕਲੀ ਉਹ ਰਿਊਮਰ ਮਿਲ ਕਰ ਰਹੇ ਨੇ ਕਿ ਇਹ ਨਹੀਂ ਹੈਗਾ। ਕੈਸਲ ਰਿਜ ਦੇ ਵਿੱਚ ਖੜ੍ਹੇ ਆ, ਇੱਥੇ ਸਕੂਲ ਜਾਓ, ਇਹਨਾਂ ਦੇ ਸਕੂਲਾਂ ਦੇ ਵਿੱਚ ਪੇਰੈਂਟਸ ਟੀਚਰ ਦੀ ਨੂੰ ਗੱਲ ਕਰੋ। ਇਹ ਜ਼ਰੂਰ ਆ ਕਿ ਜਿਹੜੇ ਹੁਣ ਜਦੋਂ ਨਾਰਥ ਈਸਟ ਦੇ ਵਿੱਚ ਜਦੋਂ ਸੂਬਿਆਂ ਤੋਂ ਦੂਜਿਆਂ ਪਾਸੇ ਪਾਪੂਲੇਸ਼ਨ ਗਰੋਥ ਹੋ ਰਿਹਾ, ਤੇ ਜਿਹੜਾ ਇੱਕੋ ਦਮ ਗਰੋਥ ਹੋਣ ਦੇ ਨਾਲ ਪ੍ਰੈਸ਼ਰ ਜ਼ਰੂਰ ਐਜੂਕੇਸ਼ਨ 'ਤੇ ਪੈਂਦਾ, ਕਿਉਂਕਿ ਨਵੇਂ ਸਕੂਲ ਬਣਾਉਣ ਨੂੰ ਟਾਈਮ ਵੀ ਲੱਗਦਾ। ਪ੍ਰੋਪਰ ਡਿਜ਼ਾਈਨਿੰਗ ਮਾਡਲ ਜੋ ਜਾ ਰਹੇ ਨੇ ਉਹ ਜਾ ਰਹੇ ਨੇ, ਤੇ ਉਸ ਤੋਂ ਬਾਅਦ ਜਿਹੜੀ ਅਸੀਂ ਫੰਡਿੰਗ ਆ ਉਹਦੀ ਜਿਹੜੀ ਡਾਇਰੈਕਟਡ ਫੰਡਿੰਗ ਹੋਈ ਹੈ ਇਸ ਵਾਰੀ ਐਜੂਕੇਸ਼ਨ ਦੇ ਵਿੱਚ। ਸੋ ਆਈ ਥਿੰਕ ਇਲ ਬੀ ਅ ਗੁੱਡ ਨਿਊਜ਼ ਫॉर ਐਲਬਰਟਨ, ਸਪੈਸ਼ਲੀ ਫॉर ਨਾਰਥ ਈਸਟ ਦੇ ਲਈ, ਜਿੱਥੇ ਨਵੇਂ ਏਰੀਆ ਦੇ ਵਿੱਚ ਨਵੇਂ ਸਕੂਲ ਬਣਾਉਣ ਦੀ ਲੋੜ ਪਈ, ਲੋੜ ਵੀ ਬਣਾਵਾਂਗੇ। ਹਾਂ, ਹੁਣ ਮੇਰੇ ਆਪਣੇ ਕੈਸਲ ਵਿੱਚ ਖੜ੍ਹੇ ਆ ਸਾਹਮਣੇ ਲਾਰਡ ਵੀਵਰ ਹਾਈ ਸਕੂਲ, ਕੈਥੋਲਿਕ ਸਕੂਲ ਆ, ਇਹਦੇ ਲਈ ਮੈਂ ਪ੍ਰੋਪਰ ਡਿਜ਼ਾਈਨਿੰਗ ਦੇ ਲਈ ਤੇ ਇੱਕ ਪਲੈਨਿੰਗ ਦੇ ਲਈ ਫੰਡਿੰਗ ਪਲਾਨ ਕਰਤੀ ਹੈ, ਬਜਟ ਦੇ ਵਿੱਚ ਹੈਗੀ ਆ। ਸੋ ਮੇਰੀ ਫੰਡਿੰਗ ਇਜ਼ ਆਲਰੇਡੀ ਦੇਅਰ। ਵਾਈਟ ਹਾਰਨ ਦੇ ਵਿੱਚ ਐਨੀ ਰੀਅਲ ਸਕੂਲ ਆ, ਉਹਨਾਂ ਨੂੰ ਰੈਨੋਵੇਸ਼ਨ ਦੀ ਲੋੜ ਆ। ਹੁਣ ਉੱਥੇ ਨਵੇਂ ਸਕੂਲ ਦੀ ਤਾਂ ਲੋੜ ਨਹੀਂ ਹੈਗੀ, ਪਰ ਉਹ ਸਕੂਲ ਨੂੰ ਅਸੀਂ ਜਿਹੜਾ ਕੁਆਲਿਟੀ ਦਾ ਸਟੈਂਡਰਡ ਵਧਾਉਣ ਦੇ ਲਈ ਜਿਹੜੀ ਫੰਡਿੰਗ ਦੀ ਲੋੜ ਆ, ਉਹ ਬਜਟ ਦਾ ਹਿੱਸਾ ਜ਼ਰੂਰ ਆ। ਭਾਜੀ, ਸਕੂਲ ਜਿਹੜੇ ਨੇ, ਪਬਲਿਕ ਸਕੂਲ ਜਿਹੜੇ ਨੇ, ਤੁਸੀਂ ਕਹਿ ਰਹੇ ਹੋ ਕਿ ਰੈਨੋਵੇਟ ਵੀ ਕੀਤੇ ਜਾਣਗੇ ਤੇ ਨਵੇਂ ਵੀ ਆਉਣਗੇ, ਤੁਹਾਡੀ ਸਰਕਾਰ ਇਹ ਲੈ ਕੇ ਆਊਗੀ, ਔਰ ਹਰ ਤਰੀਕੇ ਦੀ ਜਿਹੜੀ ਐਜੂਕੇਸ਼ਨ ਹੈ ਉਸ ਦਾ ਹੱਕ ਹੋਣਾ ਚਾਹੀਦਾ। ਹੈਲਥ ਦੇ ਉੱਪਰ ਜੇ ਭਾਜੀ ਗੱਲ ਕਰੀਏ ਤੇ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਵਾਰ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੇ ਕਿਤੇ ਪ੍ਰਾਈਵੇਟ ਨਾ ਹੋ ਜਾਵੇ ਹੈਲਥ ਸਿਸਟਮ। ਸੋ ਇਸ ਬਾਰੇ ਤੁਹਾਡਾ ਤੇ ਤੁਹਾਡੀ ਸਰਕਾਰ ਦਾ ਕੀ ਪਲਾਨ ਹੈ? ਦੇਖੋ, ਜਿਹੜਾ ਬਜਟ ਦਾ ਹਿੱਸਾ ਆਲਮੋਸਟ 40% ਹਿੱਸਾ ਹੈਲਥ ਕੇਅਰ 'ਚ ਜਾਂਦਾ। ਇਸ ਵਾਰੀ ਜਿਹੜੇ $2 ਬਿਲੀਅਨ ਐਕਸਟਰਾ ਹੈਲਥ ਕੇਅਰ ਦੇ ਵਿੱਚ ਸਪੈਂਡ ਕੀਤੇ ਨੇ, ਉਹਦੇ ਵਿੱਚ ਨਵੇਂ ਡਾਕਟਰਸ ਨੂੰ ਰਿਕਰੂਟ ਕਰਨਾ ਜਾਂ ਜਿਹੜੀਆਂ ਹੈਲਥ ਕੇਅਰ ਵੀ ਸੰਬੰਧਾਂ ਦੇ ਵਿੱਚ ਵਾਧਾ ਕਰਨਾ। ਤੇ ਜੇ ਤੁਸੀਂ ਆਪਣੇ ਬਜਟ ਦਾ ਇੰਨਾ % ਕਰਕੇ ਵੀ ਲੋਕਾਂ ਨੂੰ ਕਹਿੰਦੇ ਹੋ ਵੀ ਪੈਸੇ ਕੋਲੇ ਦੇਣੇ ਆ, ਤਾਂ ਉਹ ਸਰਕਾਰ ਬੇਵਕੂਫੀ ਹੋਊਗੀ। ਲੋਕੀ ਗੱਲਾਂ ਜ਼ਰੂਰ ਕਰਦੇ ਨੇ, ਜਿਵੇਂ ਹੁਣ ਤੁਸੀਂ ਮੈਨੂੰ ਕੁਐਸਚਨ ਕਰਦੇ ਹੋ, 10 ਸਾਲ ਪਹਿਲਾਂ ਸਾਡੀ ਲੀਡਰ ਨੇ ਯੈਸ ਤੇ ਇਹੋ ਜਿਹੇ ਕੁਐਸਚਨ ਆਨਸਰ ਐਜ਼ ਅ ਮੀਡੀਆ ਜਰਨਲਿਸਟ ਕੀਤੇ ਸੀ। ਬਟ ਸ਼ੀ ਇਜ਼ ਅ ਪ੍ਰੀਮੀਅਰ ਨਾਓ। ਜਿਹੜਾ ਰੂਲ ਜਿਹੜਾ ਕੈਨੇਡਾ ਹੈਲਥ ਐਕਟ ਦੇ ਵਿੱਚ ਸਿੱਧਾ ਲਿਖਿਆ ਹੋਇਆ ਕਿ ਪੇਸ਼ੈਂਟ ਸ਼ੁੱਡ ਨੈਵਰ ਪੇ। ਕੈਨੇਡਾ ਹੈਲਥ ਦੇ ਐਕਟ ਦੇ ਵਿੱਚੋਂ ਸਾਨੂੰ ਫੈਡਰਲ ਗਵਰਨਮੈਂਟ ਤੋਂ ਈਅਰਲੀ ਹੈਲਥ ਟ੍ਰਾਂਸਫਰਸ ਵੀ ਆਉਂਦੀਆਂ ਨੇ, ਆਲਮੋਸਟ $5-6 ਬਿਲੀਅਨ ਦੀ ਹੈਲਥ ਟ੍ਰਾਂਸਫਰ ਆਉਂਦੀ ਆ। ਪਿਛਲੇ ਮਹੀਨੇ ਅਸੀਂ ਫੈਡਰਲ ਗਵਰਨਮੈਂਟ ਦੇ ਨਾਲ $24 ਬਿਲੀਅਨ ਦਾ ਓਵਰ ਟਾਈਮ ਇੱਕ ਮਾਡਲ ਤਿਆਰ ਕੀਤਾ। ਸੋ ਬੇਸਿਕਲੀ ਉਹਦੇ ਵਿੱਚ ਟੂ ਮੇਕ ਸ਼ੋਰ ਕਿ ਐਲਬਰਟਨਸ ਗੈਟ ਦ ਬੈਸਟ ਹੈਲਥ ਕੇਅਰ ਸਰਵਿਸਿਜ਼। ਹੁਣ ਕੈਨੇਡਾ ਦਾ ਹੈਲਥ ਐਕਟ ਨਹੀਂ ਅਲਾਉ ਕਰਦਾ, ਫੈਡਰਲ ਗਵਰਨਮੈਂਟ ਨਹੀਂ ਅਲਾਉ ਕਰਦੀ। ਸਾਡੀ ਅਲਬਰਟਾ ਗਵਰਨਮੈਂਟ ਨੂੰ ਤਾਂ ਇੱਕ ਜੇ 70 ਕਿਲੋਮੀਟਰ ਤੋਂ ਵੱਧ ਦੀ ਸੜਕ ਬਣਾਉਣੀ ਹੋਵੇ ਤਾਂ ਫੈਡਰਲ ਗਵਰਨਮੈਂਟ ਉਹ ਨਹੀਂ ਅਪਰੂਵ ਕਰਦੀ, ਤੇ ਕੈਨੇਡਾ ਹੈਲਥ ਐਕਟ ਦੇ ਵਿੱਚ ਐਡੀ ਵੱਡੀ ਅਮੈਂਡਮੈਂਟ ਕਰਨੀ, ਆਈ ਡੋਂਟ ਥਿੰਕ ਇਟ ਈਵਨ ਪੋਸੀਬਲ। ਸੋ ਜਿਹੜੀ ਆਪੋਜੀਸ਼ਨ ਆ, ਉਹਨਾਂ ਨੂੰ ਢੋਲ ਖੜਕਾਉਣ ਨਾਲੋਂ, ਐਡੀਆਂ ਵੱਡੇ ਜਿਹੜੇ ਜੁਮਲੇ ਲਿਆਉਣ ਨਾਲੋਂ, ਰਿਊਮਰ ਬਣਾਉਣ ਨਾਲੋਂ ਗੱਲ ਕਰਨੀ ਚਾਹੀਦੀ ਹੈ। ਅਸੀਂ ਕੀ ਕਰਦੇ ਹਾਂ? UCP ਵਾਲੇ ਜੋ ਕਰਦੇ ਆ ਕਰੀ ਜਾਣ, ਤੁਸੀਂ ਘੱਟੋ ਘੱਟ ਆਪਣਾ ਵੀ ਕੁਝ ਦੱਸੋ ਨਾ। ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਕਹਿੰਦੇ ਹੋ ਅਸੀਂ ਪ੍ਰਾਈਵੇਟ ਕਰਨਾ, ਮੈਂ ਲਿਖ ਕੇ ਦਿੰਦਾ, ਸਾਡੀ ਪ੍ਰੀਮੀਅਰ ਨੇ ਹੈਲਥ ਕੇਅਰ ਗਰੰਟੀ ਦਿੱਤੀ ਵੀ ਅਸੀਂ ਹੈਲਥ ਕੇਅਰ ਪ੍ਰਾਈਵੇਟਾਈਜ਼ ਨਹੀਂ ਕਰਨਾ, ਪਰ ਤੁਸੀਂ ਵੀ ਕੁਝ ਦੱਸ ਦਿਓ ਵੀ $25 ਬਿਲੀਅਨ ਖਰਚਣਾ ਤੁਸੀਂ ਕੀ ਕਰੋਗੇ ਇਹਦਾ। ਅਸੀਂ 1700 ਜਿਹੜੇ 3000 ਹੈਲਥ ਕੇਅਰ ਪ੍ਰੋਫੈਸ਼ਨਲ ਐਕਸਟਰਾ ਹਾਇਰ ਕਰਨੇ ਨੇ। ਅਸੀਂ ਕੱਲ੍ਹ ਰੈਕਡ ਕੀਤਾ, ਜਿਹੜੇ ਪਿਛਲੇ ਮਹੀਨੇ ਨਰਸਾਂ ਦੀ ਜਿਹੜੀ ਇੱਥੇ ਹਾਇਰਿੰਗ ਹੋਈ ਆ, ਉਹ ਹਿਸਟਰੀ ਦੇ ਵਿੱਚ ਰੈਕਡ ਸੈੱਟ ਕੀਤਾ। ਅਸੀਂ ਅਲਬਰਟਾ ਇਜ਼ ਕਾਲਿੰਗ ਦਾ ਪ੍ਰੋਗਰਾਮ ਚਲਾਇਆ। ਹੁਣ ਅਸੀਂ ਰਿਟੈਂਸ਼ਨ ਪ੍ਰੋਗਰਾਮ ਦੇ ਲਈ $1200 ਦੇ ਉਹਨਾਂ ਨੂੰ ਇੱਕ ਬੈਨੀਫਿਟ ਦੇ ਰਹੇ ਹਾਂ। $10,000 ਆਪਾਂ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਅਲਬਰਟਾ ਦੇ ਵਿੱਚ ਰਹਿਣ ਲਈ, ਕੰਮ ਕਰਨ ਲਈ ਉਤਸ਼ਾਹ ਕਰ ਰਹੇ ਹਾਂ। ਅਸੀਂ ਜਿਹੜੇ ਗੱਲਾਂ ਕਰ ਰਹੇ ਹਾਂ ਉਹ ਫੈਕਟ ਨੇ, ਉਹ ਹੋ ਰਹੀਆਂ ਨੇ। ਪਰ ਘੱਟੋ ਘੱਟ ਜੇ ਤੁਸੀਂ ਸੁਪਨੇ ਲੈਂਦੇ ਹੋ, ਜਿਹੜੇ ਚੁੰਡੀ ਲਾਲ ਦੇ ਸੁਪਨੇ ਹੁੰਦੇ ਨੇ, ਉਹ ਜਿਹੜੇ ਸੁਪਨੇ ਲੈਂਦੇ ਹੋ, ਘੱਟੋ ਘੱਟ ਸਾਨੂੰ ਦੱਸ ਤਾਂ ਦਿਓ
ਅਸੀਂ ਵੀ ਉਹ ਸੁਪਨਿਆਂ ਦਾ ਰਾਹ ਬਣੀਏ। ਸੋ ਮੇਰੀ ਸਲਾਹ ਇਹ ਹੋਊਗੀ ਕਿ ਤੁਸੀਂ, ਤੁਹਾਡਾ ਰੈਕਡ ਇਹ ਬੋਲਦਾ ਕਿ ਜਦੋਂ ਤੁਸੀਂ ਇੱਥੋਂ ਗਏ ਸੀ ਹਰੇਕ ਅਲਬਰਟਨ ਨੇ ਤੁਹਾਨੂੰ ਫਾਇਰ ਕੀਤਾ ਸੀ, ਤੁਸੀਂ ਆਪ ਨਹੀਂ ਛੱਡ ਕੇ ਗਏ। ਦੇ ਫਾਇਰਡ ਯੂ, ਜਿਹਦੇ ਇੰਪਲਾਇਰ ਫਾਇਰ ਕਰਦੇ ਨੇ, ਅਲਬਰਟਨਸ ਫਾਇਰਡ them। ਉਹਨਾਂ ਨੂੰ ਫਾਇਰ ਕੀਤਾ ਸੀ ਉਹਦੇ ਲਈ ਇਹ ਸੀ ਕਿ ਸੂਬੇ ਦੀ ਮਾਲੀ ਹਾਲਤ, ਸੂਬੇ ਦੇ ਹੈਲਥ ਕੇਅਰ ਕ੍ਰਾਈਸਿਸ ਇਹਨਾਂ ਨੇ ਸ਼ੁਰੂ ਕੀਤਾ। ਉਦੋਂ ਬਾਅਦ ਇਹ ਗੱਲਾਂ ਕਰਦੇ ਨੇ ਐਜੂਕੇਸ਼ਨ ਦੀਆਂ। ਸਾਡੇ ਬੱਚੇ ਜਿਹੜੇ ਇੱਥੋਂ ਦੇ ਅਲਬਰਟਾ ਦੇ ਵਿੱਚ ਨਾਰਥ ਈਸਟ ਦੇ ਵਿੱਚ ਨੇ, ਮੈਨੂੰ ਦੱਸ ਦੇਣ ਉਹ ਵੇਟ ਲਿਸਟ ਇਹਨਾਂ ਨੇ ਵਧਾਈ ਸੀ। ਅਸੀਂ ਵੇਟ ਲਿਸਟ ਨੂੰ ਘਟਾਉਣ ਦੀ ਗੱਲ ਕਰਦੇ ਹਾਂ, ਇਹ ਵੇਟ ਲਿਸਟ ਬਾਰੇ ਗੱਲ ਨਹੀਂ ਕਰਦੇ। ਜਿਹੜਾ ਕੋਈ ਇਹਨਾਂ ਕੋਲ ਪਲਾਨ ਆ ਉਹ ਲੈ ਕੇ ਆਉਣ, ਅਤੇ ਅਲਬਰਟਨਸ ਨੂੰ ਖਾਸ ਕਰਕੇ ਕੈਲਗਰੀ ਨਾਰਥ ਈਸਟ ਵਾਸੀਆਂ ਨੂੰ ਜਿਹੜੇ ਇਹ ਗਲਤ ਜਿਹੜੀਆਂ ਅਫਵਾਹਾਂ ਦੱਸਦੇ ਨੇ ਉਹਨਾਂ ਤੋਂ ਮੇਰਾ ਖਿਆਲ ਆ ਵੀ ਉਹ ਡਿਬੇਟ ਦਾ ਹਿੱਸਾ ਹੋ ਸਕਦੀਆਂ ਨੇ। ਜੇ ਕੋਈ ਫੈਕਟ ਹੈਗਾ ਇਹਨਾਂ ਨੂੰ ਲੱਗਦਾ ਕਿ ਅਸੀਂ ਕੈਨੇਡਾ ਹੈਲਥ ਐਕਟ ਨੂੰ ਚੇਂਜ ਕਰ ਸਕਦੇ ਨੇ, ਸਾਨੂੰ ਤਾਂ ਨਹੀਂ ਪਤਾ ਕਿਵੇਂ ਕਰ ਸਕਦੇ, ਇਹ ਦੱਸ ਦੇਣ ਸਾਨੂੰ। ਇਹ ਤਾਂ ਜੀ ਬਿਲਕੁਲ ਗੱਲ ਕਲੀਅਰ ਕਰਤੀ ਭਾਜੀ ਨੇ ਕਿ ਬਿਲਕੁਲ ਵੀ ਪ੍ਰਾਈਵੇਟਾਈਜ਼ ਨਹੀਂ ਹੋਊਗਾ। ਜੋ ਗੱਲਾਂ ਨੇ ਉਹ ਵਾਕਈ ਜੋ ਇਹਨਾਂ ਤੋਂ ਪੁੱਛੀਆਂ ਜਾਂਦੇ ਨੇ ਡੋਰ ਨੌਕਿੰਗ 'ਤੇ, ਉਹ ਸਿੱਧੇ ਜਿਹੜੇ ਸਵਾਲ ਮੇਰੇ ਕੋਲ ਸੀਗੇ ਉਹਨਾਂ ਦਾ ਜਵਾਬ ਤੂਰ ਸਾਹਿਬ ਦੇ ਰਹੇ ਨੇ। ਔਰ ਭਾਜੀ ਇਨਫਲੇਸ਼ਨ ਦੀ ਜੇ ਅਸੀਂ ਗੱਲ ਕਰੀਏ, ਇੱਕ ਇੰਸ਼ੋਰੈਂਸ ਕੈਪ ਦੀ ਗੱਲ ਹੁੰਦੀ ਹੈ ਜਿਹੜੀ ਕਿ ਹਟਾ ਦਿੱਤੀ ਗਈ ਸੀ, ਔਰ ਮਹਿੰਗਾਈ ਜਿਹੜੀ ਹੈ ਤੁਹਾਨੂੰ ਪਤਾ ਕਿੰਨੀ ਕੁ ਜ਼ਿਆਦਾ ਵੱਧ ਰਹੀ ਹੈ। ਤੁਹਾਡਾ ਔਰ ਤੁਹਾਡੀ ਪਾਰਟੀ ਦਾ ਕੀ ਪਲਾਨ ਹੈ ਜੇ ਤੁਹਾਡੀ ਸਰਕਾਰ ਫਿਰ ਤੋਂ ਬਣਦੀ ਹੈ ਕਿ ਤੁਸੀਂ ਮਹਿੰਗਾਈ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਕੀ ਕਰੋਗੇ? ਦੇਖੋ, ਜਿਹੜੀ ਮਹਿੰਗਾਈ ਦਾ ਕਾਰਨ ਆ, ਪਹਿਲਾਂ ਸਰਕਾਰ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਮਹਿੰਗਾਈ ਦਾ ਕਾਰਨ ਸਰਕਾਰ ਤਾਂ ਨਹੀਂ ਹੈ ਜੀ। ਜੇ ਸਰਕਾਰ ਮਹਿੰਗਾਈ ਦਾ ਕਾਰਨ ਆ ਤਾਂ ਉਹਨੂੰ ਸਰਕਾਰ ਨੂੰ ਆਪ ਨੂੰ ਠੀਕ ਕਰਨਾ ਚਾਹੀਦਾ। ਸਾਨੂੰ ਲੱਗਿਆ ਕਿ ਜਿਹੜਾ ਫਿਊਲ ਟੈਕਸ ਆ ਅਲਬਰਟਨਸ ਲਈ ਅਨਜਸਟੀਫਾਈਡ ਆ। ਜਦੋਂ ਇੱਥੇ ਅਲਬਰਟਾ ਦੇ ਵਿੱਚ ਅਸੀਂ ਆਇਲ ਪ੍ਰੋਡਿਊਸ ਕਰਦੇ ਹਾਂ, ਇਹ ਟੈਕਸ ਖਤਮ ਕਰ ਦੇਣਾ ਚਾਹੀਦਾ। ਰਾਇਲਟੀ ਟੈਕਸ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਵੀ ਰਿਵਿਊ ਕਰਾਂਗੇ ਕਿਉਂਕਿ ਰੈਵਨਿਊ ਲਾਸ ਜ਼ਰੂਰ ਹੋਊਗਾ ਪਰ ਅਲਬਰਟਨਸ ਨੂੰ ਅਸੀਂ ਉਸਦਾ ਫਾਇਦਾ ਦੇ ਸਕਦੇ ਹਾਂ। ਦੂਜੀ ਗੱਲ, ਜਿਹੜਾ ਪਰਸਨਲ ਇਨਕਮ ਟੈਕਸ ਉਹ ਘਟਾਏ ਜਾਣ। ਹੁਣ ਅਸੀਂ $60,000 ਵਾਲਿਆਂ ਨੂੰ $750 ਦੇ ਤਕਰੀਬਨ, ਜੇ ਹਸਬੈਂਡ ਵਾਈਫ $1,20,000 ਬਣਾਉਂਦੇ ਨੇ ਤਾਂ ਉਹਨੂੰ $1,500 ਦਾ ਪ੍ਰੋਵਿੰਸ਼ੀਅਲ ਇਨਕਮ ਟੈਕਸ ਬਚ ਸਕਦਾ। ਕਾਰਪੋਰੇਟ ਟੈਕਸ ਅਸੀਂ 12 ਤੋਂ 8% ਘਟਾਇਆ, ਉਹਨੂੰ ਵੀ ਅਸੀਂ ਘਟਾਉਣ ਦੀ ਅਤੇ ਫਰੀ ਉਹਨੂੰ ਨਾ ਵਧਾਉਣ ਦੀ ਗਰੰਟੀ ਦੇ ਰਹੇ ਹਾਂ। ਸੋ ਬੇਸਿਕਲੀ ਜੇ ਤੁਸੀਂ ਜਿਵੇਂ ਹੁਣ ਨਾਰਥ ਈਸਟ ਦੀ ਜਿਹੜੀ ਸਮਾਲ ਬਿਜ਼ਨਸ ਓਨਰਸ ਨੇ, ਉਹਨਾਂ ਦੀ ਪਰਸਨਲ ਅਤੇ ਕਾਰਪੋਰੇਟ ਦੋਨਾਂ ਨੂੰ ਇੱਕ ਸਟੇਬਿਲਿਟੀ ਮਿਲਦੀ ਆ ਕਿ ਗੌਰਮੈਂਟ ਜਿਹੜਾ ਸਾਡਾ ਟੈਕਸ ਵਧਾਊਗੀ ਨਹੀਂ, ਕਿਉਂਕਿ ਇਨਫਲੇਸ਼ਨ ਦੇ ਵਿੱਚ ਇਹ ਬੜਾ ਕੁਝ ਹੁੰਦਾ ਕਿ ਜਿਹੜੀ ਚੀਜ਼ ਹਰੇਕ ਚੀਜ਼ ਵੱਧ ਰਹੀ ਆ ਉਹਦੇ ਨਾਲ ਟੈਕਸ ਵੀ ਵੱਧਦੇ ਜਾਂਦੇ ਨੇ। ਜਿਵੇਂ ਹੁਣ ਮਿਊਨਿਸਪਲ ਗੌਰਮੈਂਟ ਆ, ਉਹ ਪ੍ਰੋਪਰਟੀ ਟੈਕਸ 'ਤੇ ਜੇ ਇਹਨਾਂ ਨੂੰ ਕਹਿੰਦੇ ਅਸੀਂ ਪ੍ਰੋਪਰਟੀ ਟੈਕਸ ਨਹੀਂ ਵਧਾਵਾਂਗੇ ਤਾਂ ਇੱਕ ਰਾਹਤ ਮਿਲੂਗੀ। ਉਸੇ ਤਰ੍ਹਾਂ ਸੂਬੇ ਦੀ ਸਰਕਾਰ ਨੇ ਕਿਹਾ ਗਿਆ ਕਿ ਅਸੀਂ ਪਰਸਨਲ ਇਨਕਮ ਟੈਕਸ ਨਹੀਂ ਵਧਾਵਾਂਗੇ, ਕਾਰਪੋਰੇਟ ਟੈਕਸ ਨਹੀਂ ਵਧਾਵਾਂਗੇ। ਉਸ ਤੋਂ ਬਾਅਦ ਹੁੰਦੀਆਂ ਬੇਸਿਕ ਜ਼ਰੂਰਤਾਂ। ਬੇਸਿਕ ਜ਼ਰੂਰਤਾਂ ਦੇ ਵਿੱਚ ਜਿਵੇਂ ਗੱਲ ਕੀਤੀ ਆ ਫਿਊਲ ਦੀ, ਯੂਟਿਲਿਟੀਜ਼ ਦੀ, ਕਿਉਂਕਿ ਅਲਬਰਟਾ ਦੇ ਵਿੱਚ ਇਹ ਕੋਈ ਲਗਜ਼ਰੀ ਨਹੀਂ ਹੈਗੀ। ਘਰਾਂ ਨੂੰ ਹੀਟ ਕਰਨਾ ਕੋਈ ਲਗਜ਼ਰੀ ਨਹੀਂ ਹੈਗੀ, ਇਟਸ ਨੈਸੈਸਿਟੀ, ਯੂ ਹੈਵ ਟੂ ਡੂ ਇਟ। ਕਾਰਾਂ ਸਾਨੂੰ ਚਲਾਉਣੀਆਂ ਪੈਂਦੀਆਂ ਕੰਮ 'ਤੇ ਜਾਣ ਲਈ, ਜ਼ਰੂਰਤ। ਤੋਂ ਇਸ ਲਈ ਉਹਨਾਂ ਬੇਸਿਕ ਨੀਡ 'ਤੇ ਸਾਡੀ ਨਜ਼ਰ ਹੋਊਗੀ ਕਿ ਇਹਨਾਂ ਦੇ ਪ੍ਰਾਈਸ ਨਾ ਵਧਣ, ਕਿਉਂਕਿ ਜੇ ਇਹਨਾਂ ਦੇ ਪ੍ਰਾਈਸ ਵੱਧਦੇ ਨੇ ਤਾਂ ਉਹ ਪਾਰਟ ਆਫ ਸਰਕਲ ਬਣ ਜਾਂਦੇ ਇਕਨੋਮੀ ਦੇ, ਤਾਂ ਹਰੇਕ ਚੀਜ਼ ਦੀ ਕੀਮਤ ਵੱਧਦੀ ਆ। ਕੱਪੜੇ ਪਾਉਣੇ ਆ, ਸ਼ੂ ਜਿਹੜੇ ਪਾਉਣੇ ਆ, ਉਹਨਾਂ ਦੀ ਜਿਹੜੀ ਕੀਮਤ ਵਧੂਗੀ ਜੇ ਅਸੀਂ ਉਹਨੂੰ ਜੜ੍ਹ ਤੋਂ ਰੋਕ ਲਿਆ ਜਾਵੇ, ਜਿਹੜੀ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਕਰ ਸਕਦੀ ਆ। ਉਸ ਨੂੰ ਜਦੋਂ ਕੀਤਾ ਜਾਵੇ ਤਾਂ ਜਿਹੜਾ ਉਹਨਾਂ ਦੇ ਦੂਜੇ ਸੈਕਟਰ 'ਤੇ ਫਰਕ ਪੈਂਦਾ ਸ਼ਾਇਦ ਉਸ ਨੂੰ ਉਹਦਾ ਫਰਕ ਪਵੇ। ਪਰ ਮੋਰ ਓਵਰ ਆਈ ਥਿੰਕ ਇਟਸ ਅ ਗਲੋਬਲ ਫਿਨੋਮੀਨਾ, ਕਿਉਂਕਿ ਗਲੋਬਲ ਮਾਰਕੀਟ ਦੇ ਵਿੱਚ ਗਲੋਬ ਛੋਟਾ ਹੁੰਦਾ ਜਾ ਰਿਹਾ। ਪਰ ਅਲਬਰਟਾ ਇਜ਼ ਇਨ ਅ ਬੈਸਟ ਪੋਜੀਸ਼ਨ, ਕਿਉਂਕਿ ਅਲਬਰਟਾ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਸਾਡੀਆਂ ਬੁੱਕਸ ਜਿਹੜੀਆਂ ਸਾਡੀਆਂ ਅਸੀਂ ਮੈਨੇਜਮੈਂਟ ਆ ਉਹ ਸਾਡੀ ਗੁੱਡ ਹੋਊਗੀ। ਜਦੋਂ ਮੈਨੇਜਮੈਂਟ ਗੁੱਡ ਹੋਊਗੀ, ਕ੍ਰਾਈਸਿਸ ਜ਼ਰੂਰ ਆ ਇਨਫਲੇਸ਼ਨ ਦਾ ਅਤੇ ਅਫੋਰਡੇਬਿਲਟੀ ਦਾ, ਪਰ ਗੌਰਮੈਂਟ ਦੇ ਕੋਲ ਕਿਤੇ ਨਾ ਕਿਤੇ ਸਾਧਨ ਹੁੰਦੇ ਨੇ ਕਿ ਅਲਬਰਟਨਸ ਦੀ ਉਸ ਮੌਕੇ ਹੈਲਪ ਵੀ ਕੀਤੀ ਜਾਵੇ। ਥੈਂਕ ਯੂ ਸੋ ਮਚ ਭਾਜੀ, ਤੁਸੀਂ ਬਹੁਤ ਸੰਖੇਪ ਦੇ ਵਿੱਚ ਹਰ ਸਵਾਲ ਦਾ ਜਿਹੜਾ ਜਵਾਬ ਦਿੱਤਾ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਤੁਹਾਡੀ ਸਰਕਾਰ ਬਣਦੀ ਹੈ ਔਰ ਤੁਸੀਂ ਫਿਰ ਇਸ ਰਾਈਡਿੰਗ ਨੂੰ ਜਿੱਤਦੇ ਹੋ ਅਤੇ ਜੋ ਤੁਸੀਂ ਕਹਿ ਰਹੇ ਹੋ, ਜਿਵੇਂ ਤੁਸੀਂ ਕਹਿ ਰਹੇ ਹੋ, ਇਹਨੂੰ ਜ਼ਰੂਰ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ ਔਰ ਹਰ ਐਲਬਰਟਨ ਨੂੰ ਕੰਫਰਟ ਦੇ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋਗੇ। ਡੋਰ ਨੌਕਿੰਗ 'ਤੇ ਕਈ ਸਵਾਲ ਪੁੱਛੇ ਜਾਂਦੇ ਨੇ ਅਤੇ ਮੈਂ ਇਹੀ ਕਹਿੰਦਾ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਵੀ ਕੈਂਡੀਡੇਟ ਆਉਂਦਾ ਹੈ, ਤੁਸੀਂ ਜ਼ਰੂਰ ਦਿਲ ਖੋਲ੍ਹ ਕੇ ਆਪਣੇ ਸਵਾਲ ਪੁੱਛਿਆ ਕਰੋ। ਔਰ ਸਾਡੇ ਕੋਲ ਵੀ ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ, ਅਸੀਂ ਜ਼ਰੂਰ ਤੁਹਾਡੇ ਕੈਂਡੀਡੇਟ ਤੱਕ ਤੁਹਾਡੇ ਜਿਹੜੇ ਸਵਾਲ ਪਹੁੰਚਾਵਾਂਗੇ ਔਰ ਇਹਨਾਂ ਦੇ ਜਵਾਬ ਤੁਹਾਡੀ ਟੀਵੀ ਸਕਰੀਨ ਤੱਕ, ਤੁਹਾਡੇ ਲਿਵਿੰਗ ਰੂਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਜੀ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਜਿਵੇਂ ਮੈਂ ਜ਼ਿਕਰ ਕੀਤਾ ਕਿ ਸਾਡਾ ਮਕਸਦ ਹੈ ਤੁਹਾਡੇ ਤੱਕ ਸਾਰਿਆਂ ਦੇ ਜਿਹੜੇ ਜਵਾਬ ਨੇ ਉਹ ਪਹੁੰਚਾਉਣਾ, ਜੋ ਤੁਸੀਂ ਡੋਰ ਨੌਕਿੰਗ 'ਤੇ ਪੁੱਛਦੇ ਹੋ। ਔਰ ਸਾਨੂੰ ਜ਼ਰੂਰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਜੀ ਇਸ ਸੈਗਮੈਂਟ ਨੂੰ, ਔਰ ਇੱਦਾਂ ਹੀ ਪਿਆਰ ਦਿੰਦੇ ਰਹੋ। ਸਰਕਾਰ ਤੋਂ ਤੁਹਾਡੇ ਹੱਥ 'ਚ ਬਣਾਉਣਾ ਹੈ ਜੀ। ਸਾਡਾ ਇੱਕ ਮਕਸਦ ਹੈ ਕਿ ਤੁਹਾਡੇ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣਾ, ਤੁਹਾਡੇ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਪਹੁੰਚਾਉਣਾ, ਔਰ ਇਸ ਤੋਂ ਬਾਅਦ ਜਿਹਨੂੰ ਵੀ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਜਿਹਦੀ ਵੀ ਸਰਕਾਰ ਤੁਸੀਂ ਬਣਾਉਣਾ ਚਾਹੁੰਦੇ ਹੋ, ਤੁਸੀਂ ਬਣਾ ਸਕਦੇ ਹੋ।
ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਿਸੇ ਹੋਰ ਟੌਪਿਕ ਤੇ ਕਰਾਂਗੇ ਗੱਲਬਾਤ। ਤੁਸੀਂ ਸਾਰੇ ਦੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।